ਵਾਹਿਗੁਰੂ 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 ਸਾਰੇ ਜਪੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਆ ਪਾਇਆ ਜਗ ਆਏ ਇਹਦੀ ਆਵਾਜ਼ ਘਟਾ ਦੇ ਮੀਟ ਦਾ ਅੰਦਲੇ ਕਿਆ ਪਾਇਆ ਜਗ ਆਏ ਅੰਦਲੇ ਕਿਆ ਪਾਇਆ ਜਗ ਆਏ ਕਿਆ ਪਾਇਆ ਜਗ ਆਏ ਅੰਦਲੇ ਕਿਆ ਪਾਇਆ ਜਗ ਆਏ 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 ਅੰਦਲੇ ਕਿਆ ਪਾਇਆ ਜਗ ਆਏ ਕਿਆ ਪਾਇਆ ਜਗ ਆਏ ਅੰਦਲੇ ਕਿਆ ਪਾਇਆ ਜਗ ਆਏ ਕਿਆ ਪਾਇਆ ਜਗ ਆਏ ਅੰਦਲੇ ਕਿਆ ਪਾਇਆ ਜਗ ਆਏ ਕਿਆ ਪਾਇਆ ਜਗ ਆਏ ਅੰਦਲੇ ਕਿਆ ਪਾਇਆ ਜਗ ਆਏ ਕਿਆ ਪਾਇਆ ਜਗ ਆਏ ਅੰਦਲੇ ਕਿਆ ਪਾਇਆ ਜਗ ਆਏ ਕਿਆ ਪਾਇਆ ਜਗ ਆਏ ਅੰਦਲੇ ਕਿਆ ਪਾਇਆ ਜਗ ਆਏ राम हृदय नहीं गुर की सेवा 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 चाले मूल गवाए अंगले क्या पाया जग आए क्या पाया जग आए अंगले क्या पाया जग आए क्या पाया जग आए अंदले क्या पाया जग आए क्या पाया जग आए अंदले क्या पाया जग आए क्या पाया जग आए अंदले क्या पाया जग आए क्या पाया जग आए अंदले क्या पाया जग आए जितने भी आप ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪੂਰਨਮਾਸ਼ੀ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਨ ਦੇ ਵਾਸਤੇ ਆਪੋ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚੇ ਹੋ। ਕਾਫੀ ਸਮੇਂ ਤੋਂ ਆਪ ਜੀ ਸ਼ਬਦ ਕੀਰਤਨ ਸੁਣ ਰਹੇ ਸੀ। ਆਓ ਥੋੜ੍ਹੇ ਜਿਹੇ ਸਮੇਂ ਵਾਸਤੇ ਹੋਰ ਆਪੋ ਆਪਣੇ ਖਿਆਲਾਂ ਨੂੰ, ਮਨ ਬਿਰਤੀਆਂ ਨੂੰ ਸ਼ਬਦ ਵਿਚਾਰ ਦੇ ਨਾਲ ਜੋੜਨ ਦੀ ਖੇਚਲ ਕਰੋ। ਗੁਰੂ ਨਾਨਕ ਸੱਚੇ ਪਾਤਸ਼ਾਹ ਸਾਨੂੰ ਕਹਿ ਰਹੇ ਨੇ, ਅੰਦਲੇ ਕਿਆ ਪਾਇਆ ਜਗ ਆਏ। ਐ ਅੰਨੇ ਜੀਵ ਇਸ ਸੰਸਾਰ ਦੇ ਵਿੱਚ ਆ ਕੇ, ਜਗਤ ਦੇ ਵਿੱਚ ਆ ਕੇ ਤੂੰ ਕੀ ਪ੍ਰਾਪਤ ਕੀਤਾ। ਅੰਦਲੇ
ਕਿਆ ਪਾਇਆ ਜਗ ਆਏ। ਸੰਸਾਰ ਦੇ ਵਿੱਚ ਆ ਕੇ ਕੀ ਪ੍ਰਾਪਤ ਕੀਤਾ ਤੂੰ? ਰਾਮ ਹਿਰਦੈ ਨਹੀਂ, ਤੇਰੇ ਹਿਰਦੇ ਦੇ ਵਿੱਚ, ਹਿਰਦੇ ਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਨੂੰ ਨਹੀਂ ਵਸਾਇਆ। ਰਾਮ ਹਿਰਦੈ ਨਹੀਂ ਗੁਰ ਕੀ ਸੇਵਾ, ਨਾ ਤੂੰ ਗੁਰੂ ਦੀ ਸੇਵਾ ਕੀਤੀ, ਤੂੰ ਨਾ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ। ਰਾਮ ਹਿਰਦੈ ਨਹੀਂ ਗੁਰ ਕੀ ਸੇਵਾ, ਚਾਲੇ ਮੂਲ ਗਵਾਏ। ਮੂਲ ਕਹਿੰਦੇ ਆਪਣਾ ਮੂਲ ਗਵਾ ਕੇ ਤੁਰ ਚੱਲੇ ਸੰਸਾਰ ਤੋਂ। ਜੇ ਮੂਲ ਹੋਵੇ ਤਾਂ ਵਿਆਜ ਬਣਾਇਆ ਜਾ ਸਕਦਾ ਹੈ। ਮੂਲ ਕੀ ਹੈ? ਜਿਹੜੇ ਸਾਨੂੰ ਸਵਾਸ ਦਿੱਤੇ ਨੇ ਵਾਹਿਗੁਰੂ ਨੇ, ਇਹ ਮੂਲ ਦਿੱਤਾ ਹੋਇਆ ਹੈ। ਇਹ ਸਵਾਸ ਸਫਲੇ ਕਰਨੇ ਸਨ ਨਾਮ ਜਪ ਕੇ, ਸੇਵਾ ਕਰਕੇ। ਇਹ ਸਵਾਸ ਸਫਲੇ ਹੁੰਦੇ ਨੇ ਭਜਨ ਸਿਮਰਨ ਸੇਵਾ ਕਰਕੇ। ਕਹਿੰਦੇ ਨੇ ਨਾ ਤੂੰ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਵਸਾਇਆ, ਨਾ ਤੂੰ ਗੁਰੂ ਦੀ ਸੇਵਾ ਕੀਤੀ। ਰਾਮ ਹਿਰਦੈ ਨਹੀਂ ਗੁਰ ਕੀ ਸੇਵਾ, ਚਾਲੇ ਮੂਲ ਗਵਾਏ। ਤੇਰਾ ਮੂਲ ਜਿਹੜਾ ਗੁਆਚਦਾ ਜਾ ਰਿਹਾ ਹੈ, ਤੇਰਾ ਮੂਲ ਖਤਮ ਹੁੰਦਾ ਜਾ ਰਿਹਾ ਹੈ। ਆਤਮਿਕ ਜੀਵਨ ਨਹੀਂ ਤੂੰ ਪ੍ਰਾਪਤ ਕੀਤਾ। ਸਵਾਸ ਮੁੱਕਦੇ ਜਾ ਰਹੇ ਨੇ। ਸਵਾਸ ਮੂਲ ਹਨ ਸਾਡੇ। ਇਹ ਸਵਾਸਾਂ ਦਾ ਧਨ ਦੇ ਕੇ ਵਾਹਿਗੁਰੂ ਜੀ ਨੇ ਆਪਾਂ ਨੂੰ ਇਹ ਸੰਸਾਰ 'ਤੇ ਭੇਜਿਆ ਹੈ। ਕਹਿੰਦੇ ਨੇ ਨਾ ਹਿਰਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਨੂੰ ਵਸਾਇਆ, ਨਾ ਤੂੰ ਗੁਰੂ ਦੀ ਸੇਵਾ ਕੀਤੀ। ਗੁਰੂ ਦੀ ਸੇਵਾ ਅਧਿਕਾਰ ਦੇ ਮੁਤਾਬਕ ਹੁੰਦੀ ਹੈ। ਜਦੋਂ ਪਹਿਲੀ ਕਲਾਸ ਵਿੱਚ ਬੱਚਿਆਂ ਨੂੰ ਆਪਾਂ ਦਾਖਲ ਕਰਾਉਂਦੇ ਹਾਂ, ਫਿਰ ਅੱਗੇ ਅੱਗੇ ਵੱਧਦੀ ਜਾਂਦੀ ਹੈ ਕਲਾਸ, ਪੜ੍ਹਾਈ ਬਦਲਦੀ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹੜੀ ਸੇਵਾ ਹੈ ਨਾ ਗੁਰੂ ਦੀ, ਗੁਰਸਿੱਖੀ ਦਾ ਸਿੱਖਣਾ, ਗੁਰਸਿੱਖ ਸਾਧ ਸੰਗਤ ਦੀ ਸੇਵਾ, ਸੇਵਾ ਦੇ ਵਿੱਚੋਂ ਹੀ ਫਿਰ ਅੱਗੇ ਵਧਿਆ ਜਾਂਦਾ ਹੈ ਸੇਵਾ ਕਰਕੇ। ਕਈ ਇਸ ਗੱਲ ਨੂੰ ਕੇਵਲ ਪ੍ਰਚਾਰ ਨੂੰ ਹੀ ਸੇਵਾ ਮੰਨਦੇ ਨੇ। ਬਹੁਤ ਸਾਡੇ ਧਰਮ ਦੇ ਜਿਹੜੇ ਕੁਝ ਪੜ੍ਹ ਲਿਖ ਗਏ ਨੇ, ਉਹ ਦੂਜੀ ਸੇਵਾ ਨੂੰ ਕੋਈ ਤਰਜੀਹ ਨਹੀਂ ਦਿੰਦੇ। ਪ੍ਰਸ਼ਾਦੇ ਪਕਾਉਣੇ, ਵਰਤਾਉਣੇ, ਲੰਗਰ ਵਰਤਾਉਣਾ ਸੰਗਤ ਨੂੰ, ਕੋਈ ਗੁਰੂ ਘਰ ਦੀ ਸੇਵਾ ਕਰਨੀ, ਉਹ ਪ੍ਰਚਾਰ ਨੂੰ ਹੀ ਅਸਲ ਸੇਵਾ ਦੱਸਦੇ ਨੇ ਵੀ ਅਸਲ ਸੇਵਾ ਇਹ ਹੈ। ਪਰ ਪਹਿਲੀ ਤੋਂ ਪੜ੍ਹਾਈ ਸ਼ੁਰੂ ਹੁੰਦੀ ਹੈ, ਹੌਲੀ ਹੌਲੀ ਅੱਗੇ ਵਧਿਆ ਜਾਂਦਾ ਹੈ। ਕਹਿੰਦੇ ਨੇ ਨਾ ਤੂੰ ਗੁਰੂ ਦੀ ਸੇਵਾ ਤੇ ਨਾ ਤੂੰ ਆਪਣੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਵਸਾਇਆ। ਤੂੰ ਆਪਣਾ ਮੂਲ ਗਵਾ ਚੱਲਿਆ ਸੰਸਾਰ 'ਤੇ। ਅੰਧਲੇ ਕਿਆ ਪਾਇਆ ਜਗ ਆਏ। ਹੇਰਨਿਆ ਆਪਾਂ ਨੂੰ ਕਹਿ ਰਹੇ ਨੇ ਮਹਾਰਾਜ, ਹੁਣ ਗੁਰੂ ਦੀ ਨਜ਼ਰ ਦੇ ਵਿੱਚ, ਗੁਰੂ ਦੀ ਨਿਗਾਹ ਦੇ ਵਿੱਚ ਆਪਾਂ ਅੰਨੇ ਆ ਸਾਰੇ। ਕਿਉਂਕਿ ਇਹ ਅੱਖਾਂ ਦੀ ਗੱਲ ਨਹੀਂ ਕਰਦੇ ਮਹਾਰਾਜ, ਜਿਹੜੀਆਂ ਅੱਖਾਂ ਨਾਲ ਆਪਾਂ ਵੇਖਦੇ ਹਾਂ। ਸੰਸਾਰ ਦੇ ਵਿੱਚ ਅੰਧਲਾ ਉਹਨੂੰ ਕਿਹਾ ਜਾਂਦਾ ਜਿਹਨੂੰ ਅੱਖਾਂ ਤੋਂ ਦੋਨਾਂ ਤੋਂ ਨਾ ਦਿਸਦਾ ਹੋਵੇ। ਪਰ ਗੁਰੂ ਸਾਹਿਬ ਉਹਨੂੰ ਅੰਨਾ ਕਹਿੰਦੇ ਨੇ ਜਿਹਦੇ ਕੋਲ ਗਿਆਨ ਦੀ ਅੱਖ ਨਹੀਂ, ਗਿਆਨ ਦੀ ਅੱਖ ਨਹੀਂ ਜਿਹਦੇ ਕੋਲ। ਇਹ ਅੱਖਾਂ ਤੋਂ ਭਾਵੇਂ ਦਿਸਦਾ ਹੈ, ਸਾਡੇ ਸੰਸਾਰ ਦੀ ਨਿਗਾਹ ਦੇ ਵਿੱਚ ਇਹ ਅੱਖਾਂ ਨੇ, ਗੁਰੂ ਦੀ ਨਿਗਾਹ ਦੇ ਵਿੱਚ ਹੋਰ ਅੱਖਾਂ ਨੇ। ਗੁਰਬਾਣੀ ਦੇ ਅਨੁਸਾਰ ਅੱਖਾਂ ਵੀ ਹੋਰ ਨੇ, ਗੁਰਬਾਣੀ ਦੇ ਅਨੁਸਾਰ ਕੰਨ ਵੀ ਹੋਰ ਨੇ, ਗੁਰਬਾਣੀ ਦੇ ਅਨੁਸਾਰ ਪੈਰ ਵੀ ਹੋਰ ਨੇ। ਗੁਰਬਾਣੀ ਦੇ ਮੁਤਾਬਕ ਅੱਖਾਂ ਵੀ ਹੋਰ ਨੇ, ਜੀਭਾ ਵੀ ਹੋਰ ਹੈ, ਪੈਰ ਵੀ ਹੋਰ ਨੇ, ਹੱਥ ਵੀ ਹੋਰ ਨੇ। ਇਹ ਅੱਖਾਂ ਦੀ ਗੱਲ ਨਹੀਂ ਕਰਦੇ। ਇਹ ਅੱਖਾਂ ਤੋਂ ਤਾਂ ਅਸੀਂ ਵੇਖਦੇ ਹਾਂ ਦੁਨੀਆ ਨੂੰ, ਸੰਸਾਰ ਨੂੰ। ਜਿਹੜੀ ਸਾਡੀ ਸੁਰਤੀ ਹੈ ਨਾ, ਸੁਰਤੀ ਦੇ ਵਿੱਚ ਜਿਹੜਾ ਗਿਆਨ ਹੈ, ਉਹ ਗਿਆਨ ਦੀ ਅੱਖ ਸਾਡੀ ਬੰਦ ਹੋਈ ਹੈ। ਅੰਧਲੇ ਕਿਆ ਪਾਇਆ ਜਗ ਆਏ। ਤੂੰ ਜਗਤ ਦੇ ਵਿੱਚ ਆ ਕੇ, ਸੰਸਾਰ ਦੇ ਵਿੱਚ ਆ ਕੇ ਕੀ ਪ੍ਰਾਪਤ ਕੀਤਾ?
ਇਹ ਅੱਖਾਂ ਮਹਾਰਾਜ ਹੋਰ ਅੱਖਾਂ ਦੀ ਗੱਲ ਕਰਦੇ ਨੇ, ਉਹ ਅੱਖਾਂ ਹੋਰ ਨੇ। ਉਹ ਹੈ ਵਿਚਾਰ ਦੀ ਅੱਖ, ਉਹ ਹੈ ਗਿਆਨ ਦੀ ਅੱਖ। ਜਿਹੜੀ ਅੱਖ ਦੀ ਗੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਕਰ ਰਹੇ ਨੇ, ਉਹ ਗਿਆਨ ਵਿਚਾਰ ਦੀ ਅੱਖ ਦੀ ਮਹਾਰਾਜ ਗੱਲ ਕਰਦੇ ਨੇ। ਲੋਇਣ ਲੋਈ ਡਿੱਠ ਪਿਆਸ ਨਾ ਮੂਝੈ ਮੂੰਹ ਘਣੀ, ਨਾਨਕ ਸੇ ਅਖੜੀਆਂ ਬਿਆਨ, ਜਿਨੀ ਦਿਸੰਦੋ ਮਾਂ ਪੀਰੀ। ਉਹ ਹੋਰ ਅੱਖਾਂ ਨੇ ਮਹਾਰਾਜ ਕਹਿੰਦੇ। ਇਹ ਅੱਖਾਂ ਦੇ ਨਾਲ ਜੱਗ ਦੀਂਦਾ ਹੈ ਤੇ ਗਿਆਨ ਦੀਆਂ ਅੱਖਾਂ ਦੇ ਨਾਲ ਰੱਬ ਦਿਸਦਾ ਹੈ। ਇਹ ਅੱਖਾਂ ਨਾਲ ਸੰਸਾਰ ਵੇਖੀਂਦਾ, ਉਹਨਾਂ ਅੱਖਾਂ ਦੇ ਨਾਲ ਨਿਰੰਕਾਰ ਵੇਖੀਂਦਾ। ਅੰਦਲੇ ਕਿਆ ਪਾਇਆ ਜਗ ਆਏ, ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ। ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਨੇ, ਭਾਈ ਅੰਨੇ ਉਹਨਾਂ ਨੂੰ ਨਹੀਂ ਆਖੀਂਦਾ, ਅੰਦਲੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ। ਲੋਇਣ ਅੱਖਾਂ ਨੂੰ ਕਹਿੰਦੇ ਨੇ, ਜਿਨ੍ਹਾਂ ਦੇ ਮੁਖ ਤੇ ਕਹਿੰਦੇ ਅੱਖਾਂ ਨਹੀਂ ਨਾ, ਉਹ ਨਹੀਂ। ਅੰਧੇ ਸੇਈ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਜਿਨ੍ਹਾਂ ਨੇ ਵਾਹਿਗੁਰੂ ਦਾ ਗਿਆਨ ਨਹੀਂ ਪ੍ਰਾਪਤ ਕੀਤਾ, ਪਰਮੇਸ਼ਰ ਨੂੰ ਨਹੀਂ ਪਛਾਣਿਆ, ਅੰਧੇ ਸੇਈ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਜਿਹੜੇ ਮਾਲਕ ਦੇ ਹੁਕਮ ਤੋਂ ਵਾਂਝੇ ਨੇ, ਵਾਹਿਗੁਰੂ ਦੀ ਯਾਦ ਤੋਂ ਵਾਂਝੇ ਨੇ, ਗੁਰੂ ਅੰਗਦ ਸਾਹਿਬ ਜੀ ਕਹਿੰਦੇ ਉਹ ਅੰਨੇ ਹਨ। ਅੱਜ ਸ਼ਬਦ ਪੜ੍ਹਿਆ ਤੀ ਨਾ ਸ਼ੁਰੂ ਦੇ ਵਿੱਚ, ਹਮ ਅੰਧਲੇ ਅੰਧ ਬਿਖੈ ਬਿਖਰਾਤੇ। ਅਸੀਂ ਅੰਨੇ ਰਾਹ 'ਤੇ ਤੁਰ ਰਹੇ ਹਾਂ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਬਿਖ ਦੇ ਵਿੱਚ ਜ਼ਹਿਰ ਦੇ ਵਿੱਚ ਰੱਤੇ ਪਏ ਹਾਂ। ਕਿਉਂ ਚਾਲੈ ਗੁਰ ਚਾਲੀ, ਅਸੀਂ ਗੁਰੂ ਦੀ ਚਾਲੀ 'ਤੇ ਕਿਵੇਂ ਚੱਲੀਏ? ਕਿਉਂਕਿ ਗੁਰੂ ਦੀ ਚਾਲੀ ਵੀ ਵੱਖਰੀ ਹੈ, ਇਹ ਰਸਤਾ ਨਹੀਂ ਜਿਹੜੇ ਰਸਤਿਆਂ 'ਤੇ ਸੜਕਾਂ 'ਤੇ ਆਪਾਂ ਆਏ ਹਾਂ। ਗੁਰੂ ਦਾ ਰਾਹ ਵੀ ਵੱਖਰਾ ਹੈ। ਕਿਉਂ ਚਾਲੈ ਗੁਰ ਚਾਲੀ, ਕਿਵੇਂ ਚੱਲੀਏ? ਅੱਖਾਂ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਕਹਿੰਦੇ ਆ ਅੱਖਾਂ ਤੋਂ ਬਗੈਰ ਦੇਖਣਾ ਹੈ, ਅੱਖਾਂ ਬਾਝੋਂ ਵੇਖਣਾ, ਉਹ ਦ੍ਰਿਸ਼ਟੀ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਰੱਖੀ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਰੱਖੀ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ। ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਨਿਹਾਲਿਆ ਭਾਵ ਹਰ ਨਿਹਾਲਿਆ, ਵੇਖ ਲਿਆ। ਨਦਰ, ਉਹ ਨਦਰ ਵੀ ਹੋਰ ਹੈ, ਨਿਗਾਹ ਨੂੰ ਕਹਿੰਦੇ ਨੇ ਨਦਰ। ਉਹ ਅੱਖਾਂ ਵੀ ਹੋਰ ਨੇ, ਉਹ ਨਦਰ ਵੀ ਹੋਰ ਹੈ, ਨਿਗਾਹ ਉਹ ਰਸਤਾ ਵੀ ਹੋਰ ਹੈ। ਉਹ ਸੁਰਤੀ ਦੀਆਂ ਅੱਖਾਂ ਨੇ, ਸੁਰਤੀ ਦੀਆਂ ਅੱਖਾਂ, ਸੁਰਤ ਰੂਪ ਅੱਖਾਂ। ਅੱਖਾਂ ਬਾਝੋਂ ਵੇਖਣਾ, ਕਿਵੇਂ ਵੇਖਣਾ? ਅੱਖਾਂ ਤੋਂ ਬਿਨਾਂ। ਜਿਵੇਂ ਹੁਣ ਵੇਖੋ, ਆਪਾਂ ਸਤਿਗੁਰ ਦੇ ਚਰਨਾਂ ਵਿੱਚ ਬੈਠੇ ਹੋਏ ਹਾਂ, ਆਪਣੇ ਘਰ ਵਿੱਚ, ਆਪਣੇ ਖੇਤ ਵਿੱਚ, ਜਿੱਥੇ ਜਿੱਥੇ ਆਪਾਂ ਕੰਮ ਕਰਦੇ ਹਾਂ, ਜਿਹੜੀਆਂ ਜਿਹੜੀਆਂ ਵਸਤੂਆਂ ਚੀਜ਼ਾਂ ਘਰੇ ਪਈਆਂ ਨੇ, ਉਹ ਆਪਾਂ ਸੁਰਤ ਨਾਲ ਵੇਖ ਲੈਂਦੇ ਹਾਂ ਵੀ ਉੱਥੇ ਆਹ ਚੀਜ਼ ਪਈ ਹੈ, ਉੱਥੇ ਆਹ ਚੀਜ਼ ਪਈ ਹੈ। ਐਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੂੰ ਵੇਖਣਾ ਹੈ। ਵੇਖਣਾ ਕਿਵੇਂ ਹੈ? ਗੁਰੂ ਦਾ ਸ਼ਬਦ ਵਿਖਾਉਂਦਾ ਹੈ। ਗੁਰ ਸ਼ਬਦ ਵਿਖਾਲਿਆ ਮਾਏ। ਗੁਰੂ ਦਾ ਸ਼ਬਦ ਅੱਗੇ ਅੱਗੇ ਚੱਲਦਾ ਹੈ। ਗੁਰੂ ਦਾ ਗਿਆਨ ਰੋਸ਼ਨੀ ਹੈ ਤੇ ਸੁਰਤ ਸ਼ਬਦ ਦੇ ਪਿੱਛੇ ਚੱਲੇਗੀ। ਸੁਰਤ ਸਾਡੀ ਸ਼ਬਦ ਨੂੰ ਜਦੋਂ ਸਮਝੇਗੀ, ਸ਼ਬਦ ਦੇ ਪਿੱਛੇ ਚੱਲੇਗੀ, ਫਿਰ ਅੱਖਾਂ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ। ਕਹਿੰਦੇ ਉਹ ਕੰਨ ਵੀ ਹੋਰ ਨੇ,
ਸੁਰਤ ਦੇ ਨਿਰਤ ਦੇ, ਸੁਰਤ ਨਿਰਤ ਦੋ ਚੀਜ਼ਾਂ ਹਨ। ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਪੈਰਾਂ ਤੋਂ ਬਿਨਾਂ ਹੀ ਸੁਰਤੀ ਉੱਡਦੀ ਹੈ ਨਾ, ਸੁਰਤੀ ਨੂੰ ਪੈਰਾਂ ਦੀ ਲੋੜ ਨਹੀਂ ਪੈਂਦੀ, ਸੁਰਤ ਸਾਡੀ ਪੈਰਾਂ ਤੋਂ ਬਿਨਾਂ ਹੀ ਉੱਡੀ ਫਿਰੀ ਜਾਂਦੀ ਹੈ। ਬਿਨ ਹੱਥਾਂ ਕਰਨਾ, ਹੱਥਾਂ ਤੋਂ ਬਿਨਾਂ ਹੀ ਆਪਾਂ ਕੰਮ ਕਰਦੇ ਫਿਰੀ ਜਾਂਦੇ ਹਾਂ ਸੁਰਤ ਨਾਲੇ। ਇਹ ਸੁਰਤ ਦੀ ਖੇਡ ਹੈ। ਸੁਰਤੀ ਦੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਫਿਰ ਬੰਦੇ ਦੀ ਅੰਦਰਲੀ ਨਿਗਾਹ ਖੁੱਲ੍ਹਦੀ ਹੈ ਜਦੋਂ ਸੁਰਤੀ ਦੇ ਮਾਰਗ 'ਤੇ ਚੱਲਦਾ ਹੈ। ਇਹਨੂੰ ਸੁਰਤ ਸ਼ਬਦ ਮਾਰਗ ਦੱਸੇ ਮਹਾਰਾਜ ਨੇ। ਸੋ ਮਹਾਰਾਜ ਕਹਿੰਦੇ ਨੇ, ਹੇ ਅੰਨਿਆ ਕੀ ਕੀਤਾ ਜਗਤ ਦੇ ਵਿੱਚ ਆ ਕੇ, ਅੰਧਲੇ ਕਿਆ ਪਾਇਆ ਜਗ ਆਏ। ਰਾਮ ਹਿਰਦੈ ਨਹੀਂ ਗੁਰ ਕੀ ਸੇਵਾ, ਨਾ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਵਸਾਇਆ ਤੇ ਨਾ ਤੂੰ ਗੁਰੂ ਦੀ ਸੇਵਾ ਕੀਤੀ। ਚਾਲੇ ਮੂਲ ਗਵਾਏ, ਆਪਣਾ ਮੂਲ ਗਵਾ ਚੱਲਿਆ, ਜਿਹੜਾ ਜਨਮ ਦੇ ਸਮੇਂ ਸਵਾਸ ਲੈ ਕੇ ਆਇਆ ਸੀ। ਕਿੰਨਾ ਮੂਲ ਦੇ ਕੇ ਤੋਰਿਆ ਸੀ ਵਾਹਿਗੁਰੂ ਨੇ, ਅਰਬਾਂ ਖਰਬਾਂ ਗਿਣਤੀ ਨਹੀਂ ਕੋਈ, ਇੱਕ ਘੰਟੇ ਵਿੱਚ 1000 ਸਵਾਸ ਆ ਜਾਂਦਾ ਹੈ। ਇੰਨਾ ਮੂਲ ਦੇ ਕੇ ਤੋਰਿਆ ਸਾਨੂੰ ਸੰਸਾਰ ਵਿੱਚ, ਜਗਤ ਵਿੱਚ। ਕਹਿੰਦੇ ਇਹ ਮੂਲ ਗਵਾ ਚੱਲਿਆ। ਇਹ ਮੂਲ ਵੀ ਗਵਾ ਲਿਆ। ਰਾਮ ਹਿਰਦੈ ਨਹੀਂ ਗੁਰ ਕੀ ਸੇਵਾ, ਚਾਲੇ ਮੂਲ ਗਵਾਏ। ਮੂਲ ਗਵਾ ਕੇ ਤੁਰ ਚੱਲੇ ਜਗਤ ਦੇ ਵਿੱਚੋਂ, ਸੰਸਾਰ ਦੇ ਵਿੱਚੋਂ। ਚੱਲਣਾ ਸੀ ਗੁਰੂ ਦੀ ਚਾਲੀ ਤੇ, ਤੁਰਨਾ ਸੀ ਗੁਰੂ ਦੇ ਮਾਰਗ ਤੇ ਸੁਰਤ ਨੇ। ਪਰ ਸੁਰਤ ਦੀ ਹਾਲਤ ਪਤਾ ਹੈ ਕਿਹੋ ਜੀ ਡਾਵਾਂਡੋਲ ਹੋਈ ਹੈ। ਭੂੰਡੀ ਚਾਲ, ਚਰਨ ਕਰ ਖਿਸਰੇ। ਚਰਨ ਪੈਰਾਂ ਨੂੰ ਕਹਿੰਦੇ ਨੇ, ਕਰ ਹੱਥਾਂ ਨੂੰ ਕਹਿੰਦੇ ਨੇ। ਸੁਰਤ ਦੀ ਸਾਡੀ ਚਾਲ ਕਿਹੋ ਜੀ ਹੋ ਗਈ ਹੈ। ਭਾਵੇਂ ਹੋਰ ਦੁਨਿਆਵੀ ਵਸਤੂਆਂ ਨੂੰ ਬੜਾ ਸੁਰਤ ਪਰਖਦੀ ਹੈ, ਪਕੜਦੀ ਹੈ, ਪਰ ਜਦੋਂ ਸ਼ਬਦ ਦਾ ਮਾਰਗ ਆ ਜਾਂਦਾ, ਗੁਰਬਾਣੀ ਸੁਣਨ ਦਾ, ਗੁਰਬਾਣੀ ਦੀ ਵਿਚਾਰ ਕਰਨ ਦਾ, ਆਤਮ ਗਿਆਨ ਦੇ ਵਚਨ ਆ ਜਾਂਦੇ ਨੇ ਗੁਰਬਾਣੀ ਵਿੱਚ, ਫਿਰ ਸਾਡੀ ਸੁਰਤ ਦੀ ਚਾਲ ਪਤਾ ਕਿਹੋ ਜਿਹੀ ਹੈ, ਡਗਮਗਾਉਂਦੀ ਹੈ। ਬੇਢਵੀ ਚਾਲ ਹੈ ਸੁਰਤ ਦੀ। ਭੁੰਡੀ ਚਾਲ, ਚਰਨ ਕਰ ਖਿਸਰੇ। ਚਰਨ ਕਰ, ਚਰਨ ਪੈਰ ਤੇ ਹੱਥ ਖਿਸਰ ਗਏ, ਢਿੱਲੇ ਹੋ ਗਏ। ਤੁਚਾ ਦੇ ਕੁਮਲਾਨੀ, ਤੁਚਾ ਚਮੜੀ ਨੂੰ ਕਹਿੰਦੇ ਨੇ, ਦੇ ਸਰੀਰ ਨੂੰ, ਤੁਚਾ ਦੇ ਕੁਮਲਾਨੀ। ਕਹਿੰਦੇ ਇਹ ਦੇਹੀ ਕੁਮਲਾ ਚੱਲੀ, ਤੁਚਾ ਚਮੜੀ ਸਰੀਰ ਦੀ ਜਿਹੜੀ ਹੈ ਢਲ ਚੱਲੀ। ਨੇਤਰੀ ਧੁੰਦ, ਨੇਤਰ ਅੱਖਾਂ ਦੇ ਵਿੱਚ ਧੁੰਦ ਆ ਗਈ। ਕਿਹੜੀਆਂ ਅੱਖਾਂ ਦੇ ਵਿੱਚ? ਅੱਖਾਂ ਦੇ ਵਿੱਚ ਬੁਢਾਪੇ ਵਿੱਚ ਆ ਜਾਂਦੀ ਹੈ ਉਮਰ। ਪਰ ਜਿਹੜੀਆਂ ਉਹ ਗਿਆਨ ਦੀਆਂ ਅੱਖਾਂ ਨੇ ਨਾ, ਅੱਖਾਂ ਵਾਝੋਂ ਵੇਖਣਾ, ਉਹ ਗਿਆਨ ਦੀਆਂ ਅੱਖਾਂ ਦੇ ਵਿੱਚ ਧੁੰਦ ਆ ਗਈ, ਅਗਿਆਨ ਦੀ। ਨੇਤਰੀ ਧੁੰਦ, ਕਰਨ ਪਏ ਬਹਿਰੇ। ਕਰਨ ਬੌਲੇ ਹੋ ਗਏ, ਕੰਨ ਜਿਹੜੇ ਨੇ ਬਹਿਰੇ ਹੋ ਗਏ, ਗੂੰਗੇ ਹੋ ਗਏ, ਕੰਨਾਂ ਤੋਂ ਸੁਣਦਾ ਨਹੀਂ ਕੁਝ, ਬੌਲੇ ਹੋ ਗਏ, ਸੁਣਾਈ ਨਹੀਂ ਦਿੰਦਾ। ਨੇਤਰੀ ਧੁੰਦ, ਕਰਨ ਪਏ ਬਹਿਰੇ। ਗਿਆਨ ਰੂਪੀ ਅੱਖਾਂ ਦੇ ਵਿੱਚ ਧੁੰਦ ਆ ਗਈ ਅਗਿਆਨ ਦੀ, ਤੇ ਕੰਨਾਂ ਤੋਂ ਵੀ ਬੌਲਾ ਹੋ ਗਿਆ। ਗੁਰਬਾਣੀ ਦੀ ਆਵਾਜ਼ ਕੰਨ ਵਿੱਚ ਪੈਂਦੀ ਹੈ ਪਰ ਸੁਰਤ ਨਹੀਂ ਸੁਣਦੀ ਉਹਨੂੰ। ਵੇਖੋ ਆਪਾਂ ਨੂੰ 8 ਸਾਲ ਹੋ ਗਏ ਪੂਰਨਮਾਸ਼ੀ ਦੇ ਦੀਵਾਨ ਸਜਦੇ ਨੂੰ। ਕਈ ਸਰੀਰ ਉਹ ਨੇ ਵਿੱਚ ਜਿਹੜੇ ਹਰ ਵਾਰ ਆਉਂਦੇ ਨੇ, ਹਰ ਵਾਰ 1 ਸਾਲ 'ਚ 12 ਦੀਵਾਨ ਹੋ ਜਾਂਦੇ ਨੇ ਪੂਰਨਮਾਸ਼ੀ ਦੇ। ਹਰ ਦੀਵਾਨ 'ਚ ਇਹ ਗੱਲ ਕਹਿੰਦੀ ਹੈ ਵੀ ਗੁਰਸਿੱਖ ਨੇ ਮੜੀਆਂ ਮਸਾਣੀਆਂ ਨੂੰ ਪੂਜਣਾ ਨਹੀਂ ਗੁਰੂ ਤੋਂ ਬਿਨਾਂ। ਸ਼ਾਇਦ 2-4 ਐਸੇ ਹੋਣਗੇ ਬੀਬੀਆਂ ਭੈਣਾਂ, ਕੁਝ ਸਿੰਘ, ਜਿਹੜੀ ਸੁਣਦੇ ਵੀ ਆ ਪਰ ਸੁਣਦਾ ਨਹੀਂ ਕੁਝ। ਕੰਨਾਂ 'ਚ ਆਵਾਜ਼ ਪੈਂਦੀ ਹੈ। ਜਿਹੜਾ ਕੰਨਾਂ ਦਾ ਅਸਲ ਇੰਦਰ ਹੈ ਨਾ, ਕੰਨਾਂ ਦਾ ਗਿਆਨ ਇੰਦਰ ਆ, ਉਹਨੂੰ ਨਹੀਂ ਪਤਾ ਲੱਗ ਰਿਹਾ ਵੀ ਕੀ ਸੁਣਾਈ ਜਾਂ, ਬਸ ਆ ਜਾਂਦੇ ਆ, ਮੁੜ ਜਾਂਦੇ ਆ, ਸੁਣ ਨਹੀਂ ਰਹੇ, ਬਹਿਰੇ ਹੋ ਗਏ ਕੰਨ। ਚਾਹੀਦਾ ਸੀ ਜਿਉਂ-ਜਿਉਂ ਬਚਨ ਸੁਣੀਏ ਗੁਰਬਾਣੀ ਦੇ, ਗੁਰਬਾਣੀ ਦੀ ਵਿਚਾਰ ਸੁਣੀਏ, ਸਾਡੀ ਸੁਰਤ ਜਾਗੇ, ਅੱਖਾਂ ਦੇ ਵਿੱਚ ਵੀ
ਜਾਗਰਤੀ ਆਵੇ, ਕੰਨਾਂ ਦੇ ਵਿੱਚ ਵੀ ਆਵੇ ਤੇ ਸਾਡੀ ਰਸਨਾ ਤੇ ਵੀ ਤਬਦੀਲੀ ਆਵੇ, ਸਾਡਾ ਜੀਵਨ ਬਦਲੇ ਕੁਝ ਨਾ ਕੁਝ। ਪਰ ਕਹਿੰਦੇ ਨੇ ਬੋਲਾ ਹੋ ਗਿਆ, ਇਹ ਕੰਨਾਂ ਦੇ ਸੁਣਦਿਆਂ ਹੋਇਆਂ ਵੀ ਇਹਨੂੰ ਸੁਣ ਨਹੀਂ ਰਿਹਾ ਕੁਝ, ਸੁਣ ਨਹੀਂ ਰਿਹਾ ਕੁਝ। ਨੇਤਰਾਂ ਦੇ ਗਿਆਨ ਰੂਪੀ ਅੱਖਾਂ ਦੇ ਅੱਗੇ ਧੁੰਦ ਆ ਗਈ ਅਗਿਆਨਤਾ ਦੀ। ਇਹ ਉਹੀ ਧੁੰਦ ਹੈ ਜਿਹਦੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ ਹੈ ਨਾ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਅਗਿਆਨਤਾ ਦੀ ਧੁੰਦ ਮਿਟਾਈ ਸੀ ਗੁਰੂ ਨਾਨਕ ਸਾਹਿਬ ਨੇ। ਕਹਿੰਦੇ ਉਹ ਧੁੰਦ ਆ ਗਈ, ਨੇਤਰੀ ਧੁੰਦ ਕਰਨ ਪਏ ਬਾਹਰੇ, ਮਨ ਮੁਖ ਨਾਮ ਨਾ ਜਾਣੀ। ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲੇ ਬੰਦੇ ਨੇ ਪਰਮਾਤਮਾ ਨੂੰ ਸਮਝਿਆ ਨਹੀਂ। ਨਾਮ ਕੋਈ ਅੱਖਰਾਂ ਦਾ ਨਾਮ ਨਹੀਂ ਵੀ ਵਾਹਿਗੁਰੂ, ਰਾਮ ਜਾਂ ਅੱਲਾ। ਇਹ ਤਾਂ ਉਹਦਾ ਗਿਆਨ ਪ੍ਰਾਪਤ ਦੇ ਵਾਸਤੇ ਸ਼ਬਦ ਹੁੰਦੇ ਨੇ ਜਪਣ ਦੇ ਲਈ। ਆਪਾਂ ਜਿਵੇਂ ਹੁਣ ਜਪਿਆ ਸੀ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਪਰ ਇਹ ਇਸ਼ਾਰਾ ਕਰ ਰਹੇ ਨੇ। ਕਿਵੇਂ? ਆਪਾਂ ਸਫ਼ਰ ਕਰ ਰਹੇ ਹਾਂ, ਗੱਡੀ 'ਚ ਬੈਠੇ, ਰੋਡ 'ਤੇ ਬੋਰਡਾਂ 'ਤੇ ਲਿਖਿਆ ਹੁੰਦਾ ਨਾ ਵੀ ਸੰਗਰੂਰ ਇੰਨੀ ਕਿਲੋਮੀਟਰ। ਹੁਣ ਉਹ ਜਿਹੜਾ ਲਿਖੇ ਅੱਖਰ ਨੇ ਉਹ ਤਾਂ ਨਹੀਂ ਸੰਗਰੂਰ, ਉਹ ਤਾਂ ਇਸ਼ਾਰਾ ਕਰ ਰਹੇ ਨੇ। ਲੁਧਿਆਣੇ ਨੂੰ ਚੱਲੇ ਹਾਂ 100 ਕਿਲੋਮੀਟਰ, ਦਿੱਲੀ 100 ਕਿਲੋਮੀਟਰ। ਉਹ ਜਿਹੜਾ ਲਿਖਿਆ ਹੈ ਉਹ ਇਸ਼ਾਰਾ ਹੈ। ਇਸੇ ਤਰ੍ਹਾਂ ਜਿਹੜਾ ਨਾਮ ਹੈ ਨਾ ਵਾਹਿਗੁਰੂ ਦਾ, ਇਹ ਇਸ਼ਾਰਾ ਕਰ ਰਿਹਾ ਹੈ। ਜਿਵੇਂ ਆਪਾਂ ਕਿਸੇ ਬੰਦੇ ਦਾ ਨਾਮ ਲਈਏ, ਜਦੋਂ ਕਿਸੇ ਦਾ ਨਾਮ ਲੈਂਦੇ ਆ ਨਾ, ਫਿਰ ਉਹਦੀ ਸ਼ਕਲ, ਉਹਦਾ ਪਰਿਵਾਰ, ਉਹਦੀ ਪ੍ਰੋਪਰਟੀ ਸਾਰੀ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ ਵੀ ਆਹ ਨਾਂ ਹੈ ਉਹਦਾ, ਐਡਾ ਉਹਦਾ ਪਰਿਵਾਰ ਹੈ, ਉਹ ਸਭ ਕੁਝ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ। ਸਭ ਕੁਝ ਅੱਖਾਂ ਦੇ ਸਾਹਮਣੇ ਜਦੋਂ ਨਾਂ ਲੈਂਦੇ ਹਾਂ। ਇਸੇ ਤਰ੍ਹਾਂ ਹੀ ਜਦੋਂ ਅਸੀਂ ਵਾਹਿਗੁਰੂ ਕਹੀਏ ਨਾ, ਵਾਹਿਗੁਰੂ ਵਾਹਿਗੁਰੂ, ਉਹ ਸ਼ਕਤੀ ਜਿਹਨੇ ਸਾਨੂੰ ਪੈਦਾ ਕੀਤਾ ਹੈ, ਉਹ ਸ਼ਕਤੀ ਜਿਹੜੀ ਸਾਨੂੰ ਸਵਾਸ ਦੇ ਰਹੀ ਹੈ, ਉਹ ਤਾਕਤ, ਉਹ ਸਮਰੱਥਾ ਪਰਮਾਤਮਾ ਦੀ ਜਿਹੜੀ ਸਾਨੂੰ ਰਿਜ਼ਕ ਦੇ ਰਹੀ ਹੈ, ਉਹ ਪਰਮੇਸ਼ਰ ਦੀ ਸਤਾ ਜਿਹਨੇ ਸਾਡੇ ਕੋਲੋਂ ਇਹ ਸਵਾਸ ਲੈ ਲੈਣੇ ਨੇ। ਇਹ ਵਾਹਿਗੁਰੂ ਜਦੋਂ ਅਸੀਂ ਕਹੀਏ ਨਾ, ਵਾਹਿਗੁਰੂ ਵਾਹਿਗੁਰੂ, ਉਹ ਜਿਹੜਾ ਜਰਰੇ ਜਰਰੇ ਦੇ ਵਿੱਚ ਵਸ ਰਿਹਾ ਹੈ, ਜਿਹੜਾ ਤੁਹਾਡੇ ਸਾਡੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਵੀ ਅਸੀਂ ਉਹਨੂੰ ਯਾਦ ਕਰ ਰਹੇ ਹਾਂ। ਜੇ ਅਸੀਂ ਜੀਵ ਨਾਲ ਵਾਹਿਗੁਰੂ ਕਹਿੰਦੇ ਹਾਂ, ਸੁਰਤ ਸਾਡੀ ਕਿਸੇ ਹੋਰ ਕਿਤੇ ਭੱਜੀ ਫਿਰਦੀ ਹੈ, ਫਿਰ ਇਹਦਾ ਕੋਈ ਇਹ ਸਿਮਰਨ ਨਹੀਂ ਹੁੰਦਾ। ਸੁਰਤ ਲਾ ਕੇ ਵੀ ਜਿਹਨੂੰ ਮੈਂ ਯਾਦ ਕਰਦਾ ਉਹਨੇ ਮੈਨੂੰ ਪੈਦਾ ਕੀਤਾ, ਉਹ ਮੈਨੂੰ ਰਿਜ਼ਕ ਦੇ ਰਿਹਾ ਹੈ, ਅਤੇ ਸਵਾਸ ਮੇਰੇ ਕੋਲੋਂ ਇੱਕ ਦਿਨ ਉਹਨੇ ਲੈ ਲੈਣੇ ਨੇ। ਜਿਹਨੇ ਸਾਰੀਆਂ ਦਾਤਾਂ ਦਿੱਤੀਆਂ ਨੇ, ਜਿਹਨੇ ਧਰਤੀ ਪੈਦਾ ਕੀਤੀ ਹੈ, ਜਿਸ ਪਰਮੇਸ਼ਰ ਨੇ ਸਾਰਾ ਕੁਝ ਪੈਦਾ ਕੀਤਾ ਹੈ, ਜਦੋਂ ਅਸੀਂ ਵਾਹਿਗੁਰੂ ਕਹੀਏ ਵੀ ਉਹ ਸ਼ਕਤੀ ਚੇਤੇ ਵਿੱਚ ਰੱਖੀਏ ਉਹਨੂੰ, ਫਿਰ ਵਾਹਿਗੁਰੂ ਜਪਿਆ ਸਾਡਾ ਸਫਲ ਹੈ। ਜਿਵੇਂ ਸਾਈਨ ਬੋਰਡਾਂ 'ਤੇ ਲਿਖਿਆ ਹੁੰਦਾ ਹੈ, ਮੀਲ ਪੱਥਰਾਂ 'ਤੇ ਲਿਖਿਆ ਹੁੰਦਾ ਵੀ ਸ਼ਹਿਰ ਇੰਨੀ ਕਿਲੋਮੀਟਰ ਹੈ, ਉਹ ਇਸ਼ਾਰਾ ਹੁੰਦਾ ਹੈ। ਉਹ ਅੱਖਰ ਜਿਹੜੇ ਨੇ ਉਹ ਅੱਖਰ ਸ਼ਹਿਰ ਨਹੀਂ। ਇਸੇ ਤਰ੍ਹਾਂ ਹੀ ਵਾਹਿਗੁਰੂ, ਜਦੋਂ ਅਸੀਂ ਵਾਹਿਗੁਰੂ ਕਹੀਏ ਤਾਂ ਸਾਡੇ ਜ਼ਿਹਨ ਵਿੱਚ, ਸਾਡੇ ਦਿਮਾਗ ਵਿੱਚ ਉਹ ਪਰਮ ਸਤਾ ਆ ਜਾਵੇ ਜਿਹਦੀ ਕਿਰਪਾ ਕਰਕੇ ਅਸੀਂ ਤੁਰੇ ਫਿਰਦੇ ਹਾਂ, ਜਿਹਦੀ ਕਿਰਪਾ ਕਰਕੇ ਅਸੀਂ ਖਾਂਦੇ ਪੀਂਦੇ ਹਾਂ। ਜਦੋਂ ਵਾਹਿਗੁਰੂ ਕਹੀਏ ਉਹ ਯਾਦ ਆ ਜਾਵੇ। ਉਹਦਾ ਅਰਥ ਹੈ ਨਾਮ। ਗੁਰਬਾਣੀ ਦੇ ਵਿੱਚ ਉਹਨੂੰ ਨਾਮ ਕਿਹਾ। ਮਨਮੁਖ ਨਾਮ ਨਾ ਜਾਣੀ। ਕਹਿੰਦੇ ਮਨ ਦੇ ਪਿੱਛੇ ਲੱਗ ਕੇ ਚੱਲਣ ਵਾਲੇ ਨੇ ਉਸ ਪਰਮ ਸਤਾ ਨੂੰ ਜਾਣਿਆ ਨਹੀਂ, ਕਿਉਂਕਿ ਮਨ ਦੇ ਪਿੱਛੇ ਲੱਗਿਆ ਰਿਹਾ, ਗੁਰੂ ਦੇ ਪਿੱਛੇ ਨਹੀਂ ਲੱਗਿਆ। ਜੇ ਗੁਰੂ ਦੇ ਪਿੱਛੇ ਲੱਗੇ, ਪਿੱਛੇ ਕਿਹਨੇ ਲੱਗਣਾ? ਸਰੀਰ ਨੇ ਨਹੀਂ ਲੱਗਣਾ। ਗੁਰੂ ਦੇ ਪਿੱਛੇ ਸੁਰਤ ਨੇ ਲੱਗਣਾ, ਸਾਡੀ ਨੇ, ਸਾਡੇ ਮਨ ਨੇ ਲੱਗਣਾ ਗੁਰੂ ਦੇ ਪਿੱਛੇ। ਜਦੋਂ ਸਾਡੀ ਸੁਰਤ, ਜਦੋਂ ਸਾਡਾ ਮਨ ਗੁਰੂ ਦੇ ਪਿੱਛੇ ਲੱਗੇਗਾ, ਗੁਰੂ ਕੀ ਹੈ? ਗੁਰਬਾਣੀ। ਗੁਰਬਾਣੀ ਪੜ੍ਹਦੇ ਜਾਈਏ, ਸੁਰਤ ਉਹਦਾ ਅਰਥ ਭਾਵ ਸਮਝਦੀ ਜਾਵੇ, ਇਹ ਹੈ ਗੁਰੂ ਦੇ ਪਿੱਛੇ ਲੱਗਣਾ। ਜੀਵ ਦੇ ਨਾਲ ਪੜ੍ਹਦੇ ਜਾਈਏ, ਜੀਵ ਦੇ ਨਾਲ ਗੁਰਬਾਣੀ ਤੇ ਸੁਰਤ ਸਮਝਦੀ ਜਾਵੇ, ਇਹ ਐਸੀ ਗੁਰਬਾਣੀ ਹੈ
ਇਹ ਨਿਰੰਕਾਰ ਦਾ ਗਿਆਨ ਕਰਾ ਦਿੰਦੀ ਹੈ ਸੁਰਤ ਨੂੰ। ਮਹਾਰਾਜ ਕਹਿੰਦੇ ਨੇ ਮਨ ਦੇ ਪਿੱਛੇ ਲੱਗ ਕੇ ਚੱਲਣ ਵਾਲੇ ਨੇ ਨਾਮ ਨੂੰ ਨਹੀਂ ਜਾਣਿਆ, ਭਾਵ ਵਾਹਿਗੁਰੂ ਨੂੰ ਨਹੀਂ ਜਾਣਿਆ, ਪਰਮੇਸ਼ਰ ਨੂੰ ਜਿਹਨੇ ਪੈਦਾ ਕੀਤਾ ਸੀ ਨਾ, ਜਿਹੜਾ ਸਵਾਸ ਦੇ ਰਿਹਾ ਉਹਨੂੰ ਨਹੀਂ ਸਮਝਿਆ, ਉਹਨੂੰ ਨਹੀਂ ਜਾਣਿਆ। ਮਨਮੁਖ ਨਾਮ ਨਾ ਜਾਣੀ। ਕਹਿੰਦੇ ਗਿਆਨ ਰੂਪੀ ਅੱਖਾਂ ਦੇ ਵਿੱਚ ਅਗਿਆਨ ਦੀ ਧੁੰਦ ਆ ਗਈ ਹੈ, ਕੰਨ ਪਏ ਬਾਹਰੇ, ਕੰਨ ਸੁਣਨ ਤੋਂ ਅਸਮਰੱਥ ਹੋ ਗਏ। ਸੁਣਦਾ ਹੈ, ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਹੈ, ਪਰ ਇਹਨੂੰ ਪਤਾ ਹੀ ਨਹੀਂ ਲੱਗਦਾ, ਕਿਉਂਕਿ ਜਿਹੜੇ ਕੰਨਾਂ ਦੇ ਰਾਹੀਂ ਮਨ ਨੇ ਸੁਣਨਾ ਹੈ, ਕੰਨਾਂ ਦੇ ਰਾਹੀਂ ਮਨ ਨੇ ਸੁਣਨਾ ਹੈ, ਤੇ ਉਹ ਮਨ ਹਾਜ਼ਰ ਨਹੀਂ ਰਹਿੰਦਾ। ਫਿਰ ਵਾਹਿਗੁਰੂ ਨੂੰ ਕਿਵੇਂ ਜਾਣੇਗਾ, ਨਾਮ ਨੂੰ ਕਿਵੇਂ ਜਾਣੇਗਾ? ਇਹੋ ਜਿਹੀ ਹਾਲਤ ਹੋ ਗਈ ਹੈ, ਡਾਮਾਡੋਲ ਹੋ ਗਈ ਹੈ ਸਾਡੀ ਆਤਮਿਕ ਅਵਸਥਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਅੰਦਲੇ ਕਿਆ ਪਾਇਆ ਜਗ ਆਏ, ਅੰਦਲੇ ਕਿਆ ਪਾਇਆ ਜਗ ਆਏ, ਕਿਆ ਪਾਇਆ ਜਗ ਆਏ, ਅੰਦਲੇ ਕਿਆ ਪਾਇਆ ਜਗ ਆਏ, ਕਿਆ ਪਾਇਆ ਜਗ ਆਏ, ਅੰਦਲੇ ਕਿਆ ਪਾਇਆ ਜਗ ਆਏ, ਕਿਆ ਪਾਇਆ ਜਗ ਆਏ, ਅੰਦਲੇ ਕਿਆ ਪਾਇਆ ਜਗ ਆਏ, ਕਿਆ ਪਾਇਆ ਜਗ ਆਏ, ਅੰਦਲੇ ਕਿਆ ਪਾਇਆ ਜਗ ਆਏ, ਕਿਆ ਪਾਇਆ ਜਗ ਆਏ, ਕਿਆ ਪਾਇਆ ਜਗ ਆਏ, ਕਿਆ ਪਾਇਆ ਜਗ ਆਏ, ਅੰਦਲੇ ਕਿਆ ਪਾਇਆ ਜਗ ਆਏ, ਕਿਆ ਪਾਇਆ ਜਗ ਆਏ, ਅੰਦਲੇ ਕਿਆ ਪਾਇਆ ਜਗ ਆਏ, ਕਿਆ ਪਾਇਆ ਜਗ ਆਏ, ਅੰਦਲੇ ਕਿਆ ਪਾਇਆ ਜਗ ਆਏ, ਕਿਆ ਪਾਇਆ ਜਗ ਆਏ, ਅੰਦਲੇ ਕਿਆ ਪਾਇਆ ਜਗ ਆਏ, ਕਿਆ ਪਾਇਆ ਜਗ ਆਏ, ਅੰਦਲੇ ਕਿਆ ਪਾਇਆ ਜਗ ਆਏ, ਕਿਆ ਪਾਇਆ ਜਗ ਆਏ, ਅੰਦਲੇ ਕਿਆ ਪਾਇਆ ਜਗ ਆਏ। राम हृदय नहीं गुर की सेवा, 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 चाले मूल गवाए, अंदले क्या पाया जग आए, क्या पाया जग आए, अंदले क्या पाया जग आए, क्या पाया जग आए, अंदले क्या पाया जग आए, क्या पाया जग आए, अंदले क्या पाया जग आए, क्या पाया जग आए, अंदले क्या पाया जग आए, क्या पाया जग आए, अंदले क्या पाया जग आए। हे ਅੰਦਲੇ ਪੁਰਸ਼, ਕੀ ਖੱਟਿਆ ਸੰਸਾਰ ਦੇ ਵਿੱਚ ਆ ਕੇ ਤੂੰ? ਅੰਦਲੇ ਕਿਆ ਪਾਇਆ ਜਗ ਆਏ, ਰਾਮ ਹਿਰਦੈ ਨਹੀਂ ਗੁਰ ਕੀ ਸੇਵਾ। ਨਾ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਨੂੰ ਵਸਾਇਆ, ਨਾ ਤੂੰ ਗੁਰੂ ਦੀ ਸੇਵਾ ਕੀਤੀ, ਆਪਣਾ ਮੂਲ ਵੀ ਗਵਾ ਚੱਲਿਆ। ਜਿਹਬਾ ਰੰਗ ਨਹੀਂ ਹਰ ਰਾਤੀ, ਜਿਹੜੀ ਰਸਨਾ ਜੀਵ ਹੈ ਇਹ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗੀ ਨਹੀਂ ਆਪਣੀ ਰਸਨਾ। ਜਬ ਬੋਲੇ ਤਬ ਫਿੱਕੇ, ਜਦ ਵੀ ਬੋਲਦੀ ਹੈ ਰਸਨਾ ਜੀਵ ਫਿੱਕੇ ਬੋਲ ਬੋਲਦੀ ਹੈ, ਕੌੜਾ ਬੋਲਦੀ ਹੈ, ਰੁੱਖਾ ਬੋਲਦੀ ਹੈ, ਫਿੱਕਾ ਬੋਲਦੀ ਹੈ, ਖਰਮੇ ਬੋਲ ਬੋਲਦੀ ਹੈ, ਬੋਲ ਬੋਲ ਕੇ ਹੋਰਾਂ ਦੇ ਹਿਰਦੇ ਦਿਖਾਉਂਦੀ ਹੈ ਜੀਭਾ। ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਨਹੀਂ ਰੰਗੀ ਗਈ ਜੀਵ। ਨਾਮ ਰੰਗ ਵਿੱਚ ਰੰਗਣਾ ਸੀ, ਰੰਗ ਲਿਆ ਨਸ਼ਿਆਂ ਦੇ ਵਿੱਚ ਜੀਭਾ ਨੂੰ।
ਇਹ ਆਪਾਂ ਨੇ ਸਾਰਿਆਂ ਨੇ ਨਾ ਆਪਣੇ ਅੰਦਰ ਵਿਚਾਰ ਕਰਨੀ ਹੈ ਵੀ ਅਸੀਂ ਕੱਲਾ ਮੱਥਾ ਟੇਕਣ ਜੋਗਾ ਹੀ ਨਹੀਂ ਰਹਿਣਾ ਮਹਾਰਾਜ ਨੂੰ, ਵੀ ਮੱਥਾ ਟੇਕ ਲਿਆ ਬਸ ਅਸੀਂ ਗੁਰੂ ਮੰਨਦੇ ਹਾਂ। ਇਹ ਕੱਲਾ ਕੱਲਾ ਬਚਨ ਜਦੋਂ ਗੁਰੂ ਦਾ ਮੰਨਾਂਗੇ ਨਾ, ਵੇਖੋ ਇੱਕ ਸ਼ਬਦ ਹੀ ਹੈ, ਕਿੰਨੇ ਸ਼ਬਦ ਨੇ 1430 ਸਫ਼ਿਆਂ ਦੇ। ਇੱਕ ਸ਼ਬਦ, ਇੱਕ ਲੈਣ ਬਾਣੀ ਦੀ ਬੰਦੇ ਦੀ ਜ਼ਿੰਦਗੀ ਬਦਲ ਦਿੰਦੀ ਹੈ, ਪਰ ਅਸੀਂ ਧਿਆਨ ਨਹੀਂ ਦਿੰਦੇ। ਕਹਿੰਦੇ ਨਾ ਵੀ ਬਾਣੀ ਗੁਰੂ, ਗੁਰੂ ਹੈ ਬਾਣੀ। ਗੁਰੂ ਕੀ ਹੈ? ਸਿੱਖ ਕੀ ਹੈ? ਸਰੀਰ ਸਿੱਖ ਨਹੀਂ ਹੈ। ਅੰਮ੍ਰਿਤ ਛਕਦੇ ਹਾਂ ਅਸੀਂ, ਪੰਜ ਕਕਾਰਾਂ ਦੇ ਧਾਰਨੀ ਬਣਦੇ ਹਾਂ, ਹੁਕਮ ਹੈ ਗੁਰੂ ਦਾ, ਆਗਿਆ ਹੈ ਮਹਾਰਾਜ ਦੀ। ਤੇ ਪਰ ਸੁਰਤ ਸਾਡੀ ਵਿਕਾਰਾਂ ਵਿੱਚ ਫਿਰੀ ਜਾਂਦੀ ਹੈ, ਸੁਰਤ ਸਾਡੀ ਗਲਤ ਪਾਸੇ ਫਿਰੀ ਜਾਂਦੀ ਹੈ, ਫਿਰ ਸਿੱਖ ਕਿਵੇਂ ਬਣ ਗਏ? ਗੁਰੂ ਹੈ ਸ਼ਬਦ, ਗੁਰੂ ਹੈ ਗੁਰਬਾਣੀ, ਸਿੱਖ ਹੈ ਸੁਰਤ। ਸ਼ਬਦ ਗੁਰੂ, ਚੇਲਾ ਕੌਣ ਹੈ? ਸੁਰਤ ਧੁਨ ਚੇਲਾ। ਸੁਰਤੀ ਨੂੰ ਚੇਲਾ ਬਣਾਉਣਾ ਤੇ ਸ਼ਬਦ ਨੂੰ ਗੁਰੂ ਬਣਾਉਣਾ। ਗੁਰੂ ਤਾਂ ਹੈ ਸ਼ਬਦ, ਪਰ ਸੁਰਤੀ ਨੂੰ ਚੇਲਾ ਨਹੀਂ ਬਣਾਇਆ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੁਰਤੀ ਸਿੱਖ ਹੈ ਤੇ ਸੁਰਤੀ ਨੂੰ ਅਸੀਂ ਸਮਝਦੇ ਨਹੀਂ, ਸਰੀਰ ਨੂੰ ਸਮਝਦੇ ਹਾਂ। ਨਹਾਵੈ ਧੋਵੈ ਪੂਜੈ ਸੈਲਾ, ਬਿਨ ਹਰ ਰਾਤੋ ਮੈਲੋ ਮੈਲਾ। ਦੇਹੀ ਗੁਪਤ ਬਦੇਹੀ ਦੀਸੈ, ਸਗਲੇ ਸਾਜ ਕਰਤ ਜਗਦੀਸੈ। ਉਹ ਦੇਹੀ ਦੇ ਵਿੱਚ ਹੈ ਗੁਪਤ, ਵਦੇਹੀ ਦਿਸੈ। ਦੇਹੀ ਤੋਂ ਉੱਪਰ ਹੋ ਕੇ ਵਦੇਹੀ ਹੋ ਕੇ ਉਹ ਦਿਸੇਗਾ। ਫਿਰ ਤੂੰ ਹਿਰਦੇ ਗੁਪਤ ਬਸੈਂ ਦਿਨ ਰਾਤੀ, ਤੇਰਾ ਭਉ ਨਾ ਬੁਝੈ ਗਵਾਰੀ। ਹੇ ਵਾਹਿਗੁਰੂ, ਤੂੰ ਸਾਡੇ ਨਾਲ ਰਹਿਣਾ ਹੈ ਹਰ ਸਮੇਂ, ਹਿਰਦੇ ਵਿੱਚ ਵਸ ਰਹੇ ਸਾਡੇ, ਪਰ ਅਸੀਂ ਤੈਨੂੰ ਸਮਝਿਆ ਨਹੀਂ। ਜਿਹਬਾ ਰੰਗ ਨਹੀਂ ਹਰ ਰਾਤੀ, ਜਬ ਬੋਲੇ ਤਬ ਫੀਕੇ। ਜਦੋਂ ਵੀ ਜੀਭ ਤੋਂ ਬੋਲੀਂਦੇ, ਬਸ ਘਰਾਂ ਦੇ ਵਿੱਚ ਵੀ ਆਹੀ ਸਾਡੇ ਕਲ ਕਲੇਸ਼ ਹੈ, ਘਰਾਂ ਦੇ ਵਿੱਚ ਵੀ ਕਲੇਸ਼, ਸਭ ਥਾਵਾਂ 'ਤੇ ਕਲ ਕਲੇਸ਼ ਹੈ। ਕਿਉਂ? ਜੀਭ ਸਾਡੀ ਪ੍ਰੇਮ ਰੰਗ ਦੇ ਵਿੱਚ ਰੰਗੀ ਨਹੀਂ ਹੋਈ। ਜਿਹਵਾ ਰੰਗ ਨਹੀਂ ਹਰ ਰਾਤੀ, ਜਬ ਬੋਲੇ ਤਬ ਫਿੱਕੇ। ਚੁਭਮੀਆਂ ਗੱਲਾਂ, ਲਗਮੀਆਂ ਗੱਲਾਂ, ਬਸ ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਨਾਨਕ ਫਿੱਕਾ ਬੋਲਿਆ, ਮਨ ਤਨ ਫਿੱਕਾ ਹੋਏ। ਕਹਿੰਦੇ ਨੇ ਭਾਈ, ਤੇਰਾ ਮਨ ਵੀ ਤੇਰਾ ਤਨ ਵੀ ਫਿੱਕਤ ਆਏਗੀ ਜੇ ਫਿੱਕਾ ਬੋਲੇਗਾ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਐਸਾ ਜੀਵਨ ਸੁਧਾਰਦੀ ਹੈ ਗੁਰਬਾਣੀ, ਸਤਿਗੁਰ ਦੇ ਵਚਨ। ਪਰ ਤਾਂ ਹੈ ਜੇ ਸਾਡੀ ਸੁਰਤ ਸੁਣੇ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਫਿੱਕੇ ਫਿੱਕੀ ਸੱਦੀਐ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਸੱਟੀਐ, ਮੋਹਿ ਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਪਾਣਾ ਲਹੈ ਸਜਾਏ। ਪਾਣਾ ਪੈਰਾਂ 'ਚ ਪਾਉਣ ਵਾਲੀਆਂ ਜੁੱਤੀਆਂ ਨੂੰ ਕਹਿੰਦੇ ਨੇ। ਕਹਿੰਦੇ ਫਿੱਕਾ ਬੋਲਣ ਵਾਲੇ ਨੂੰ ਫਿਰ ਪਾਣਾ ਦੀ ਜੁੱਤੀਆਂ ਦੀ ਸਜ਼ਾ ਮਿਲਦੀ ਹੈ। ਫਿੱਕਾ ਮੂਰਖ ਆਖੀਐ। ਅਸੀਂ ਮਿੱਠਾ ਬੋਲਣ ਜਾਣਦੇ ਨਹੀਂ। ਇਹ ਸ਼ਬਦ ਦਾ ਅਰਥ ਪੜ੍ਹ ਲਈਏ ਜਿਹੜਾ ਸੌਖਾ ਸਮਝ ਵਿੱਚ ਆ ਜਾਵੇ। ਫਿੱਕਾ ਬੋਲਣਾ ਕਿਸੇ ਨੂੰ ਬੋਲੀਏ, ਤਨ ਮਨ ਫਿੱਕਾ ਹੋ ਜੂਗਾ। ਫਿੱਕੇ ਬੋਲਣਾ ਕਿਸੇ ਨੂੰ ਬੋਲੀਏ, ਤਨ ਮਨ ਫਿੱਕਾ ਹੋ ਜੂਗਾ। के
ਫਿੱਕੇ ਫਿੱਕੀ ਸੋਏ। ਫਿੱਕੀ ਇਹ ਸੋਭਾ ਹੁੰਦੀ ਹੈ ਮਹਾਰਾਜ ਕਹਿੰਦੇ ਫਿੱਕਾ ਬੋਲਣ ਵਾਲੇ ਦੀ। ਕਹਿੰਦੇ ਜੀਵ ਜਿਹੜੀ ਹੈ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਨਹੀਂ ਰੰਗੀ। ਜਿਹਵਾ ਰੰਗ ਨਹੀਂ ਹਰ ਰਾਤੀ, ਜਬ ਬੋਲੇ ਤਬ ਫਿੱਕੇ। ਜਦੋਂ ਵੀ ਜੀਵ ਬੋਲਦੀ ਹੈ ਫਿੱਕਾ ਬੋਲਦੀ ਹੈ। ਸੰਤ ਜਨਾ ਕੀ ਨਿੰਦਾ ਵਿਆਪਸ, ਪਸ਼ੂ ਭਏ ਕਦੇ ਹੋਏ ਨਾ ਨੀਕੇ। ਭਲੇ ਪੁਰਸ਼ਾਂ ਦੀ ਕਹਿੰਦੇ ਇਹ ਜੀਭਾ ਦੇ ਨਾਲ ਨਿੰਦਾ ਕਰਦਾ ਹੈ। ਸੰਤ ਜਿਨ੍ਹਾਂ ਗੁਰੂ ਦੀ ਨਿੰਦਾ ਕਰਦਾ ਹੈ, ਗੁਰੂ ਦੀ ਨਿੰਦਾ। ਸੰਤ ਜਨਾਂ ਕੀ ਨਿੰਦਾ ਵਿਆਪਸ, ਭਲੇ ਪੁਰਸ਼ਾਂ ਦੀ, ਚੰਗੇ ਮਾਰਗ ਤੇ ਤੁਰਨ ਵਾਲਿਆਂ ਦੀ ਨਿੰਦਾ ਕਰਦਾ ਹੈ। ਨਿੰਦਾ ਕਰ ਕਰਕੇ ਆਪਣੇ ਸਿਰ ਤੇ ਵਜਨ ਲੈ ਲੈਂਦਾ ਹੈ ਪਾਪਾਂ ਦਾ। ਭਲੇ ਪੁਰਸ਼ਾਂ ਦੀ, ਸਤ ਸੰਗੀਆਂ ਦੀ ਇਹ ਨਿੰਦਾ। ਸੰਤ ਜਨਾਂ ਕੀ ਨਿੰਦਾ ਵਿਆਪਸ, ਪਸ਼ੂ ਭਏ ਕਦੇ ਹੋਏ ਨਾ ਨੀਕੇ। ਕਹਿੰਦੇ ਪਸ਼ੂ ਬਣ ਗਿਆ, ਪਸ਼ੂਆਂ ਵਰਗੀ ਸੁਰਤ ਹੋਈ ਪਈ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ। ਜਾਤ ਸਰੀਰ ਭਾਵੇਂ ਮਾਨਸ ਦਾ ਪਰ ਕਰਤੂਤ ਕਰਨੀ ਜਿਹੜੀ ਆ ਪਸ਼ੂਆਂ ਵਾਲੀ ਹੋਈ ਪਈ ਹੈ। ਪਸ਼ੂ ਭਏ ਕਦੇ ਹੋਏ ਨਾ ਨੀਕੇ। ਕਦੇ ਨੀਕੇ ਭਾਵ ਚੰਗਾ ਬਣਨ ਦਾ ਯਤਨ ਨਹੀਂ ਕਰਦਾ। ਬੰਦੇ ਦੀ ਜ਼ਿੰਦਗੀ ਵਿੱਚ ਪਰਿਵਰਤਨ ਕਦੋਂ ਆਉਂਦਾ ਹੈ, ਚੰਗਾ ਕਦੋਂ ਬਣਦਾ ਹੈ? ਜਦੋਂ ਬੰਦਾ ਆਪਣੇ ਵਿਚਾਰਾਂ ਨੂੰ ਸੁਧਾਰ ਲੈਂਦਾ ਹੈ, ਆਪਣੇ ਖਿਆਲਾਂ ਨੂੰ ਸੁਧਾਰ ਲੈਂਦਾ ਹੈ। ਸਰੀਰ ਦਾ ਬਦਲਣਾ ਬੜਾ ਸੌਖਾ ਹੈ, ਪਰ ਬੰਦਾ ਆਪਣੇ ਖਿਆਲਾਂ ਨੂੰ ਬਦਲ ਲਵੇ, ਆਪਣੀ ਵਿਚਾਰ ਬਦਲ ਲਵੇ, ਆਪਣੀ ਸੋਚਣ ਸ਼ਕਤੀ ਬਦਲ ਲਵੇ, ਫਿਰ ਬਦਲਣਾ ਔਖਾ ਨਹੀਂ ਹੈ। ਬਾਹਰੋਂ ਬਦਲਣਾ ਸੌਖਾ ਹੈ ਤੇ ਅੰਦਰੋਂ ਬਦਲਣਾ ਔਖਾ ਹੈ। ਅਸੀਂ ਬਾਹਰੋਂ ਬਦਲ ਗਏ, ਅੰਦਰੋਂ ਨਹੀਂ ਬਦਲੇ। ਇਸੇ ਕਰਕੇ ਸਾਧ ਸੰਗਤ ਜੀ ਅੱਜ ਜਦੋਂ ਅਸੀਂ ਸੁਣਦੇ ਹਾਂ ਬੜੀ ਨਿੰਦਿਆ ਸਾਧੂ ਸੰਤਾਂ ਦੀ, ਪਰ ਉਹ ਅਸਲ ਦੇ ਵਿੱਚ ਸੰਤਾਂ ਦੀ ਨਿੰਦਾ ਨਹੀਂ, ਕਿਉਂਕਿ ਗੁੰਡਾ ਨਸਲ ਦੇ ਬੰਦਿਆਂ ਨੇ, ਲੁਟੇਰੇ ਨਸਲ ਦੇ ਬੰਦਿਆਂ ਨੇ ਚੋਲੇ ਸੰਤਾਂ ਦੇ ਪਾ ਲਏ। ਉਹ ਕਰਤੂਤਾਂ ਨਹੀਂ ਰਹਿ ਗਈਆਂ। ਉਹ ਚੰਗੇ ਜੀਵਨ ਵਾਲਿਆਂ ਨੂੰ ਵੀ ਫਿਰ ਬਦਨਾਮ ਕਰਤਾ। ਬਹੁਤ ਕੁਝ ਅੱਜ ਇਹੋ ਜਿਹਾ ਹੋ ਗਿਆ। ਉਹ ਕਰਤੂਤ ਨਾ ਬਦਲੀ, ਚੋਲਾ ਪਾ ਲਿਆ। ਥੋੜਾ ਬਹੁਤਾ ਚਲੋ ਅਸੀਂ ਸਿੱਖ ਗਏ, ਸਾਖੀਆਂ 2-4 ਸਿੱਖ ਲੀਆਂ, ਬਾਜੀ ਦੀਆਂ 4 ਸੁਰਾਂ ਸਿੱਖ ਲੀਆਂ ਤੇ ਸੰਤ ਬਾਬਾ ਜੀ ਬਣ ਗਏ। ਆਪਣੀ ਸੁਰਤ ਨੂੰ ਨਾ ਬਦਲਿਆ, ਆਪਣੀ ਵਿਚਾਰ ਨੂੰ ਨਾ ਬਦਲ ਲਿਆ। ਇਸੇ ਕਰਕੇ ਫਿਰ ਇਹੋ ਜਿਹੇ ਸਾਧ ਸੰਗਤ ਜੀ ਜਿਹੜੇ ਭਲੇ ਪੁਰਸ਼ ਨੇ, ਫਿਰ ਸਾਡੀਆਂ ਕਰਤੂਤਾਂ ਕਰਕੇ ਸੰਤ ਆਤਰ ਸਿੰਘ ਵਰਗਿਆਂ ਤੇ ਉਂਗਲਾਂ ਲੋਕ ਚੁੱਕਣ ਲੱਗ ਗਏ। ਸਾਡੀਆਂ ਕਰਤੂਤਾਂ ਕਰਕੇ ਸੰਤ ਬਾਬਾ ਈਸ਼ਰ ਸਿੰਘ ਜੀ ਵਰਗਿਆਂ ਦੀ ਨਿੰਦਾ ਹੋਣ ਲੱਗ ਗਈ, ਕਿਉਂਕਿ ਅਸੀਂ ਵੀ ਸੰਤ ਬਾਬਾ ਜੀ ਲਿਖਿਆ ਲਿਆ ਤੇ ਉਹਨਾਂ ਦੇ ਨਾਂ ਅੱਗੇ ਵੀ ਲਿਖਿਆ ਜਾਂਦਾ ਹੈ। ਤੇ ਹੁਣ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਜਿਹੇ ਜੇ ਇਹ ਨੇ ਤੇ ਇਹ ਜੇ ਉਹ ਹੋਣਗੇ। ਵੱਡਿਆਂ ਨੂੰ ਵੀ ਅਸੀਂ ਬਦਨਾਮ ਕਰਾਤਾ, ਕਿਉਂਕਿ ਬਾਹਰੋਂ ਬਦਲ ਗਏ ਪਰ ਅੰਦਰੋਂ ਨਹੀਂ ਬਦਲੇ। ਉਹ ਸੁਰਤ ਨਾ ਬਦਲੀ ਅੰਦਰੋਂ, ਸੋਚ ਨਾ ਬਦਲੀ ਅੰਦਰੋਂ। ਜਦੋਂ ਬੰਦੇ ਦੀ ਸੋਚ ਬਦਲ ਜਾਵੇ ਨਾ, ਸੋਚ ਬਦਲ ਜਾਵੇ, ਇਹ ਵੀ ਹੈ ਵੀ ਅਸੀਂ ਚੋਲਿਆਂ ਨੂੰ ਸੰਤ ਸਮਝਣ ਲੱਗ ਗਏ। ਚੋਲਿਆਂ ਨੂੰ, ਚੋਲੇ ਸੰਤ ਨਹੀਂ। ਜੀਵਨ ਦਾ ਨਾਮ ਸੰਤ ਹੈ। ਉਹ ਚਾਹੇ ਕੁੜਤਾ ਪਜਾਮਾ ਪਾਇਆ ਹੋਵੇ, ਚਾਹੇ ਪੈਂਟ ਸ਼ਰਟ ਪਾਈ ਹੋਵੇ, ਜਿਹੋ ਜਿਹਾ ਮਰਜ਼ੀ ਹੋਵੇ। ਕਿਉਂਕਿ ਭੇਖ ਦੀ ਤਾਂ ਨਿੰਦਿਆ ਕੀਤੀ ਹੈ ਗੁਰਬਾਣੀ 'ਚ। ਭੇਖ ਨੂੰ ਚੰਗਾ ਨਹੀਂ ਲਿਖਿਆ। ਭੇਖ ਦਿਖਾਏ ਜਗਤ ਕੋ, ਲੋਗਨ ਕੋ ਵਸਕੀਨ। ਭੇਖ ਦੀ ਤਾਂ ਕਿਤੇ ਵੀ ਵਡਿਆਈ ਨਹੀਂ ਗੁਰਬਾਣੀ ਵਿੱਚ। ਭੇਖੀ ਪ੍ਰਭੂ ਨਾ ਲੱਭਈ, ਬਿਨ ਸੱਚੀ ਸਿੱਖੰ। ਭੇਖ ਦੀ ਕਿਤੇ ਸੋਭਾ ਨਹੀਂ ਕੀਤੀ ਗੁਰੂ ਸਾਹਿਬ ਨੇ। ਸਾਰੇ ਭੇਖਾਂ ਤੋਂ ਉੱਚਾ ਹੈ ਜਿਹੜਾ ਸੱਚ ਹੈ। ਸੱਚ ਸਾਰੇ ਭੇਖਾਂ ਤੋਂ, ਭੇਖਾਂ ਦੀ, ਜਾਤਾਂ ਦੀ, ਨਸਲਾਂ ਦੀ, ਮਜ਼ਹਬਾਂ ਦੀ ਗੱਲ ਨਹੀਂ, ਇਹ ਸੱਚ ਦੀ ਗੱਲ ਹੈ। ਕਹਿੰਦੇ ਭਲੇ ਪੁਰਸ਼ਾਂ ਦੀ ਨਿੰਦਾ, ਸੰਤ ਜਨਾਂ ਕੀ ਨਿੰਦਾ ਵਿਆਪਸ, ਪਸ਼ੂ ਭਏ ਕਦੇ ਹੋਏ ਨਾ ਨੀਕੇ। ਪਸ਼ੂਆਂ ਵਰਗੇ ਬਣ ਗਏ ਅਸੀਂ, ਕਦੇ ਨੀਕੇ ਚੰਗੇ ਬਣਨ ਦਾ ਯਤਨ ਨਹੀਂ ਕੀਤਾ।
ਅੰਮ੍ਰਿਤ ਕਾ ਰਸ ਬਿਰਲੀ ਪਾਇਆ, ਸਤਿਗੁਰ ਮੇਲ ਮਿਲਾਏ। ਕਹਿੰਦੇ ਅੰਮ੍ਰਿਤ ਦਾ ਰਸ ਤਾਂ ਕਿਸੇ ਬਿਰਲੇ ਬਿਰਲੇ ਨੇ ਪ੍ਰਾਪਤ ਕੀਤਾ ਹੈ। ਸਤਿਗੁਰ ਮੇਲ, ਸਤਿਗੁਰ ਦਾ ਮੇਲ ਪਤਾ ਕੀ ਹੈ? ਸਤਿਗੁਰ ਮੇਲ ਮਿਲਾਏ। ਤੁਸੀਂ ਬੱਚਿਆਂ ਦੇ ਵਿਆਹ ਕਰਦੇ ਹੋ, ਇੱਕ ਦੂਜੇ ਨੂੰ ਪੁੱਛਦੇ ਹੋ ਕਿੰਨਾ ਕੁ ਮੇਲ ਆਊਗਾ? ਮੇਲ, ਮੇਲ, ਆਹ ਮੇਲ ਹੈ ਗੁਰੂ ਨਾਨਕ ਸਾਹਿਬ ਦਾ, ਆਪਾਂ ਜਿਹੜੇ ਇਕੱਠੇ ਹੋਏ ਆ। ਇਹ ਗੁਰੂ ਗੋਬਿੰਦ ਸਿੰਘ ਦਾ, ਇਹ ਗੁਰੂ ਗ੍ਰੰਥ ਸਾਹਿਬ ਦਾ ਮੇਲ ਹੈ। ਮੇਲ ਕਹਿ ਦਿੰਦੇ ਆ, ਮੇਲ, ਮੇਲ। ਆ ਜਦੋਂ ਸਤਿਗੁਰ ਦੇ ਮੇਲ ਵਿੱਚ ਆਵਾਂਗੇ, ਜਦੋਂ ਸ਼ਬਦ ਦੀ ਵਿਚਾਰ ਹੁੰਦੀ ਹੈ, ਸਾਡੀ ਸੁਰਤ ਆਵੇਗੀ ਨਾ, ਤਾਂ ਸਮਝ ਲਓ ਸਤਿਗੁਰ ਦੇ ਮੇਲ ਵਿੱਚ ਆ ਗਏ ਅਸੀਂ। ਜੇ ਸਰੀਰ ਕਰਕੇ ਤਾਂ ਆ ਗਏ, ਸੁਰਤੀ ਰਹਿ ਗਈ ਪਿੱਛੇ, ਸੁਰਤੀ ਆਈ ਨਹੀਂ, ਫੇਰ ਨਹੀਂ ਗੱਲ ਬਣਨੀ। ਕਹਿੰਦੇ ਇਹ ਬਾਣੀ ਦਾ, ਸ਼ਬਦ ਦਾ ਰਸ ਕਿਸੇ ਬਿਰਲੇ ਨੇ ਪਾਇਆ ਹੈ। ਉਹਨੇ ਪਾਇਆ ਹੈ ਜਿਹੜੇ ਸਤਿਗੁਰ ਦੀ ਮੇਲ ਵਿੱਚ ਮਿਲ ਗਏ। ਸਤਿਗੁਰ ਮੇਲ ਮਿਲਾਏ। ਆ ਸਤਿਗੁਰ ਦੇ ਮੇਲ ਵਿੱਚ, ਜਿੱਥੇ ਸਤਿਗੁਰ ਕੀ ਹੈ? ਜਿੱਥੇ ਸ਼ਬਦ ਦੀ ਵਿਚਾਰ ਹੁੰਦੀ ਹੈ, ਆਤਮਿਕ ਵਿਚਾਰ ਹੁੰਦੀ ਹੈ, ਆਤਮਿਕ ਜੀਵਨ ਦੀ ਵਿਚਾਰ ਹੁੰਦੀ ਹੈ। ਸਤਿਗੁਰ ਮੇਲ ਮਿਲਾਏ। ਜਬ ਲਗ ਸ਼ਬਦ ਭੇਦ ਨਹੀਂ ਆਇਆ। ਸ਼ਬਦ ਦਾ ਭੇਦ ਨਹੀਂ ਆਇਆ ਸੁਰਤ ਨੂੰ ਜਿੰਨਾ ਚਿਰ। ਜਬ ਲਗ ਸ਼ਬਦ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾਏ। ਕਹਿੰਦੇ ਕਾਲ ਦਾ ਡਰ, ਕਾਲ ਦਾ ਭੈ ਸੰਤਾਉਂਦਾ ਰਹੇਗਾ, ਦੁਖੀ ਕਰਦਾ ਰਹੇਗਾ, ਜਿੰਨਾ ਚਿਰ ਸ਼ਬਦ ਦੇ ਭੇਦ ਨੂੰ ਨਹੀਂ ਸਮਝ ਲੈਂਦਾ। ਭੇਦ ਕੀ ਹੈ? ਬਸ ਸੁਰਤ ਲੱਗੇ ਬਾਣੀ ਦੇ ਨਾਲ। ਜੋ ਕੁਝ ਗੁਰਬਾਣੀ ਕਹਿੰਦੀ ਹੈ, ਸੁਰਤ ਨੂੰ ਪਤਾ ਲੱਗੇ, ਮਨ ਨੂੰ ਪਤਾ ਲੱਗੇ ਵੀ ਮੈਂ ਕੀ ਪੜ੍ਹ ਰਿਹਾ, ਮੈਂ ਕੀ ਸੁਣ ਰਿਹਾ, ਇਹੀ ਭੇਦ ਹੈ। ਅਸੀਂ ਸਰੀਰ ਦੇ ਨਾਲ ਬਹੁਤਾ ਜੁੜੇ ਹੋਏ ਹਾਂ, ਸੁਰਤ ਨੂੰ ਨਹੀਂ ਸਮਝਦੇ। ਸੁਰਤ ਨੂੰ ਸਮਝਣਾ ਅਸੀਂ ਨੇ ਆਪਣੀ ਨੂੰ। ਜੇ ਸੁਰਤ ਨਾ ਬਾਤ ਸਮਝੀ ਨਾ, ਸਾਰੀ ਉਮਰ ਚਾਹੇ ਆਪਾਂ ਦੀਵਾਨਾ ਚਾਹੁੰਦੇ ਰਹੀਏ, ਸਾਰੀ ਉਮਰ ਗੁਰਦੁਆਰੇ ਮੱਥਾ ਟੇਕਦੇ ਰਹੀਏ, ਆਪਾਂ ਬਦਲ ਨਹੀਂ ਸਕਦੇ। ਉਦੋਂ ਬਦਲਾਂਗੇ ਜਦੋਂ ਅਸੀਂ ਆਪਣੀ ਸੁਰਤ ਨੂੰ ਸਮਝਾਂਗੇ ਵੀ ਮੇਰੀ ਸੁਰਤ ਸੋਚ ਕੀ ਰਹੀ ਹੈ, ਮੇਰੇ ਅੰਦਰ ਵਿਚਾਰ ਕੀ ਚੱਲ ਰਹੀ ਹੈ। ਅਸੀਂ ਇਹ ਜਿਹੜਾ ਆਤਮਿਕ ਜੀਵਨ ਹੈ, ਇਹਦੇ ਤੱਕ ਪਹੁੰਚਦੇ ਨਹੀਂ। ਬਸ ਉੱਪਰ ਸਰੀਰਾਂ ਨੂੰ ਵੇਖਦੇ ਹਾਂ ਅਸੀਂ। ਜਬ ਲਗ ਸ਼ਬਦ ਭੇਦ ਨਹੀਂ ਆਇਆ, ਜਿੰਨਾ ਚਿਰ ਸ਼ਬਦ ਦਾ ਭੇਦ ਨਹੀਂ ਸਮਝਦਾ, ਤਬ ਲਗ ਕਾਲ ਸੰਤਾਏ। ਤੂੰ ਕਾਲ ਦੇ ਭੈ ਚੋਂ ਨਿਰਭੈ ਨਹੀਂ ਹੋ ਸਕਦਾ, ਕਾਲ ਦੀ ਹੱਦ ਤੋਂ ਲੰਘ ਨਹੀਂ ਸਕਦਾ। ਡਰ ਵਿੱਚ ਰਹੇਗਾ, ਭੈ ਵਿੱਚ ਰਹੇਗਾ, ਜਿੰਨਾ ਚਿਰ ਸ਼ਬਦ ਦੇ ਭੇਦ ਨੂੰ ਨਹੀਂ ਸਮਝੇਗਾ। ਅਨਕੋ ਦਰ ਘਰ ਕਬਹੂ ਨਾ ਜਾਣਸ। ਫਿਰ ਆਖਰੀ ਪੰਕਤੀਆਂ ਨੇ ਸ਼ਬਦ ਦੀਆਂ। ਇਹ ਭੈਰੋਂ ਰਾਗ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ। ਫਿਰ ਉਹਦੀ ਗੱਲ ਕਰਦੇ ਨੇ ਜੁੜੇ ਹੋਏ ਦੀ। ਕਹਿੰਦੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ, ਅਨਕੋ ਦਰ ਘਰ ਕਬਹੂ ਨਾ ਜਾਣਸ, ਏਕੋ ਦਰ ਸਚਿਆਰਾ, ਗੁਰ ਪ੍ਰਸਾਦ ਪਰਮ ਪਦ ਪਾਇਆ, ਨਾਨਕ ਕਹੇ ਵਿਚਾਰਾ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਆਤਮਿਕ ਪਦ ਨੂੰ ਪ੍ਰਾਪਤ ਕਰ ਲਿਆ, ਪਰਮ ਪਦ ਕੀ ਹੈ? ਸਾਰੀਆਂ ਪਦਵੀਆਂ ਤੋਂ ਉੱਚਾ। ਅੱਜ ਬੜਾ ਦੁੱਖ ਹੈ ਜਦੋਂ ਅਸੀਂ ਵੇਖਦੇ ਹਾਂ ਅੰਮ੍ਰਿਤਧਾਰੀ ਸਿੰਘਾਂ ਦੇ ਵਿੱਚ ਪ੍ਰਧਾਨਗੀਆਂ ਦੇ ਰੌਲੇ, ਜਥੇਦਾਰੀਆਂ ਦੇ ਰੌਲੇ, ਪਰ ਉਹ ਜਿਹੜਾ ਸਾਰੇ ਪਦਾਂ ਤੋਂ ਉੱਚਾ ਪਦ ਹੈ ਨਾ, ਮਹਾਰਾਜ ਉਹ ਪਦ ਦੀ ਗੱਲ ਕਰਦੇ ਨੇ ਵੀ ਆਹ ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਬੱਚਿਆਂ ਦੇ ਖਿਡਾਉਣ ਵਾਲੀਆਂ, ਨਿੱਕੀਆਂ ਨਿੱਕੀਆਂ। ਆਹ ਦੁਨਿਆਵੀ ਰੁਤਬੇ ਕੀ ਨੇ? ਕੁਝ ਵੀ ਨਹੀਂ। ਕਹਿੰਦੇ ਪਰਮ ਪਦ, ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ ਪਰਮ ਪਦ ਪਾਇਆ। ਗੁਰ ਪ੍ਰਸਾਦ ਦਾ ਅਰਥ ਹੁੰਦਾ ਹੈ ਗੁਰੂ ਦੀ ਕਿਰਪਾ, ਗੁਰੂ ਦੀ ਖੁਸ਼ੀ। ਕਹਿੰਦੇ ਗੁਰੂ ਦੀ ਖੁਸ਼ੀ ਲੈ ਕੇ, ਗੁਰੂ ਦੀ ਕਿਰਪਾ ਦੇ ਨਾਲ ਉਹ ਉੱਚੀ ਤੇ ਸੁੱਚੀ
ਆਤਮਕ ਅਵਸਥਾ ਪਰਮ ਪਦਵੀ ਪਾਲੀ, ਜਿਹਦੇ ਉੱਪਰ ਦੀ ਹੋਰ ਕੋਈ ਪਦ ਹੈ ਨਹੀਂ। ਸਾਰੇ ਪਦਾਂ ਤੋਂ ਉੱਚੀ, ਸਾਰੀਆਂ ਪਦਵੀਆਂ ਤੋਂ ਉੱਚੀ ਪਦਵੀ ਗੁਰੂ ਦੀ ਕਿਰਪਾ ਦੇ ਨਾਲ। ਫਿਰ ਜਦੋਂ ਇਹੋ ਜੀ ਪਦਵੀ ਪ੍ਰਾਪਤ ਕਰ ਲਈ, ਫਿਰ ਉਹ ਕਿਹੋ ਜਿਹਾ ਹੋ ਜਾਂਦਾ ਹੈ? ਅਨਕੋ ਦਰ ਕਰ ਕਬਹੂ ਨਾ ਜਾਣਸ, ਏਕੋ ਦਰ ਸਚਿਆਰਾ। ਉਹ ਇੱਕ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਹੈ। ਇੱਕ ਪਰਮੇਸ਼ਰ ਤੋਂ ਬਿਨਾ ਹੋਰ ਕਿਸੇ ਦੇ ਦਰ ਘਰ ਦੀ ਕਨੌੜ ਨਹੀਂ ਕਰਦਾ। ਅਨਕੋ, ਅੰਨ ਅਰਥ ਹੈ ਹੋਰ, ਅਨਕੋ ਦਰ ਘਰ ਕਬਹੂ ਨਾ ਜਾਣਸ। ਹੋਰ ਕਿਸੇ ਦੇ ਦਰ ਨੂੰ, ਘਰ ਨੂੰ ਐਸਾ ਗੁਰੂ ਦਾ ਪਿਆਰਾ ਨਹੀਂ ਜਾਣਦਾ, ਕਿਸੇ ਦੀ ਪਰਵਾਹ ਨਹੀਂ ਕਰਦਾ। ਅਸੀਂ ਤਾਂ 100 ਤੋਂ ਡਰਦੇ ਹਾਂ। ਇੱਥੇ ਵੀ ਮੱਥਾ ਟੇਕ ਲਈਏ, ਇਹਨਾਂ ਮੜੀਆਂ ਤੇ ਵੀ ਆਹ ਬਾਬਾ ਨਾ ਰੁੱਸ ਜੇ, ਆਹ ਨਾ ਰੁੱਸ ਜੇ। ਕਿੰਨਿਆਂ ਨੂੰ ਮਨਾਉਂਦੇ ਆ ਅਸੀਂ, ਕਿੰਨਿਆਂ ਨੂੰ ਮਨਾਉਂਦੇ ਆ। ਪਰ ਜਦੋਂ ਸਤਿਗੁਰ ਦੀ ਕਿਰਪਾ ਦੇ ਅਸੀਂ ਪਾਤਰ ਬਣ ਜਾਵਾਂਗੇ ਨਾ, ਫੇਰ ਇੱਕ ਤੋਂ ਬਿਨਾਂ ਨਹੀਂ ਅਸੀਂ ਕਿਤੇ ਰੁਕਾਂਗੇ। ਅਨਕੋ ਦਰ ਕਰ ਕਬਹੂ ਨਾ ਜਾਣਸ। ਅਸੀਂ ਇੱਕ ਤੋਂ ਬਿਨਾਂ, ਅਨਕੋ ਦਰ ਕਰ ਕਬਹੂ ਨਾ ਜਾਣਸ, ਕਦੇ ਨਹੀਂ ਜਾਣਾਂਗੇ, ਕਦੇ ਨਹੀਂ ਸਮਝਾਂਗੇ। ਫਿਰ ਇੱਕੋ ਦਰ ਸਚਿਆਰਾ। ਬਸ ਜਦੋਂ ਇੱਕ ਦੇ ਦਰ ਤੇ ਅਸੀਂ ਰੁਕ ਜਾਵਾਂਗੇ, ਆ ਜਾਵਾਂਗੇ, ਪਹੁੰਚ ਜਾਵਾਂਗੇ। ਕੌਣ ਪਹੁੰਚੇਗਾ? ਸੁਰਤ, ਸਰੀਰ ਨਹੀਂ। ਸੁਰਤ ਕਰਕੇ ਜਦੋਂ ਅਸੀਂ ਜੁੜਾਂਗੇ ਅੰਦਰੋਂ। ਅਨਕੋ ਦਰ ਕਰ ਕਬਹੂ ਨਾ ਜਾਣਸ, ਏਕੋ ਦਰ ਸਚਿਆਰਾ। ਬਸ ਇੱਕ ਦਰ ਦਾ ਹੀ ਹੋ ਜਾਏਗਾ, ਫਿਰ ਇੱਕੋ ਹੀ ਦਰ ਦਾ। ਉਹ ਦਰ ਕੀ ਹੈ? ਉਹ ਹੈ ਪਰਮੇਸ਼ਰ, ਪਰਮੇਸ਼ਰ ਦੇ ਦਰ ਦਾ। ਤੇ ਪਰਮੇਸ਼ਰ ਦੇ ਨਾਲ ਜੋੜਨ ਵਾਲਾ ਹੈ ਗੁਰੂ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਤਾਂ ਮੱਥਾ ਟੇਕਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਤਾਂ ਮੰਨਦੇ ਹਾਂ ਗੁਰੂ, ਕਿਉਂਕਿ ਇਹਨਾਂ ਤੋਂ ਸਾਨੂੰ ਆਤਮਿਕ ਗਿਆਨ ਮਿਲਦਾ ਹੈ, ਰੱਬ ਦਾ ਗਿਆਨ ਮਿਲਦਾ ਹੈ। ਕਹਿੰਦੇ ਐਸੇ ਬੇਪਰਵਾਹ ਹੁੰਦੇ ਨੇ। ਅਨਕੋ ਦਰ ਕਰ ਕਬਹੂ ਨਾ ਜਾਣ, ਸੇਕੋ ਦਰ